ਅਸੀਂ ਬੇਟੀਆਂ ਨੂੰ ਅਜੇ ਵਿਚਾਰੀ ਹੋਈ ਰੱਖਿਆ ਹੈ, ਵਿਚਾਰੀ ਧੀ ਹੈ। ਵਿਚਾਰੀ ਕਿਉਂ? 5ਵੀਂ ਜਮਾਤ ਵਿੱਚ ਹੀ ਬੱਚੀ ਨੂੰ ਉਹਨਾਂ ਨੇ ਇੰਗੇਜਮੈਂਟ ਕਰ ਦਿੰਦੇ ਨੇ ਤਾਂ ਕਿ 6ਵੀਂ ਜਾਂ 7ਵੀਂ ਤੱਕ ਉਹ ਵਿਆਹ ਕਰਕੇ ਤੋਰ ਵੀ ਦੇਣ ਕਿ ਭਈ ਬੇਟੀਆਂ ਸੁਰੱਖਿਅਤ ਨਹੀਂ, ਕਿੱਥੇ ਕਰੀਏ, ਕਿਵੇਂ ਰੱਖੀਏ, ਸਾਡਾ ਸਗੋਂ ਇਸ ਕਰਕੇ ਚੰਗਾ ਕਿ ਵਿਆਹ ਕੇ ਤੋਰ ਦਿੱਤੀ ਜਾਏ। ਉਹ ਪੈਸੇ ਵੀ ਆਫਰ ਕਰਨਗੇ ਕਿ ਸਾਡੀ ਬੱਚੀ ਜੋ ਕਿ 14 ਸਾਲ ਦੀ ਹੈ ਇਹਦੀ ਏਜ ਵਧਾ ਕੇ 18 ਲਿਖ ਦਿਓ ਤਾਂ ਕਿ ਅਸੀਂ ਛੇਤੀ ਵਿਆਹ ਕਰ ਸਕੀਏ। ਪਰ ਜਦੋਂ ਘਰਾਂ ਵਿੱਚ ਇਸ ਤਰੀਕੇ ਬੇਟੀਆਂ ਨੂੰ ਸਰੀਰਕ ਸ਼ੋਸ਼ਣ ਸਹਿਣਾ ਪਵੇ, ਉਹ ਵੀ ਇੰਨੀ ਭਾਰੀ ਗਿਣਤੀ, ਉਹ ਵੀ ਅੰਤਰਰਾਸ਼ਟਰੀ ਫਿਗਰ ਸਾਹਮਣੇ ਆਏ ਹੋਣ, ਤਾਂ ਮਤਲਬ ਹੈ ਕਿ ਲੋਕ ਬੇਟੀਆਂ ਕਿਉਂ ਛੇਤੀ ਤੋੜ ਰਹੇ ਨੇ। ਕਿ ਟੋਟਲ ਨੰਬਰ ਆਫ ਰੇਪਸ ਜੋ ਹੋ ਰਹੇ ਨੇ ਦੁਨੀਆ ਭਰ 'ਚ, ਉਹਦੇ ਚੋਂ 30% 30% ਸਿਰਫ ਉਹ ਨੇ ਜਿਹੜੀਆਂ 16 ਸਾਲ ਤੋਂ ਛੋਟੀਆਂ ਨੇ। ਪਿਓ ਨੇ ਟੁੱਥਬ੍ਰਸ਼ ਫਸਾਇਆ ਹੁੰਦਾ ਉਹਦੇ ਬੱਚੀਦਾਨੀ 'ਚ, ਉਹ ਕੱਢਣਾ ਪੈਂਦਾ। ਕਈ ਵਾਰ ਸੂਈਆਂ ਫਸੀਆਂ ਕੱਢਣੀਆਂ ਪੈਂਦੀਆਂ। ਵਾਈਫ ਸਵੈਪਿੰਗ ਤੋਂ ਲੈ ਕੇ ਤੁਸੀਂ ਵੇਖ ਰਹੇ ਹੋ ਕਿ ਪੋਜੀਸ਼ਨ ਹਾਸਲ ਕਰਨ ਲਈ ਵੀ ਆਫਰ ਕਰ ਦਿੱਤੀ ਜਾਂਦੀ ਹੈ ਆਪਣੀ ਪਤਨੀ। ਪੜ੍ਹੀ ਲਿਖੀ ਮਾਂ ਸਮਾਜ ਨੂੰ ਸੁਧਾਰਨ ਦੇ ਯੋਗ ਹੁੰਦੀ ਜੇ, ਕਿਉਂਕਿ ਉਹਨੂੰ ਪਤਾ ਹੈ ਕਿ ਕ੍ਰਾਈਮ ਕਰਨ ਵਾਲਾ ਕੌਣ ਹੈ। ਸੋ ਉਹ ਜੇ ਪਤੀ ਹੱਥ ਚੁੱਕੇਗੀ, ਉਹ ਚੁੱਕੇਗਾ, ਉਹਨੂੰ ਵੀ ਪਿਆਰ ਨਾਲ ਸਮਝਾ ਸਕਦੀ ਹੈ ਕਿ ਅਸੀਂ ਦੋਨੋਂ ਬਰਾਬਰ ਦੇ ਹਾਂ। ਉੱਚੀ ਉਡਾਣ ਭਰੋ, ਇਹ ਅਸਮਾਨ ਤੁਹਾਨੂੰ ਬਾਹਾਂ ਵਿੱਚ ਲੈਣ ਲਈ ਤਿਆਰ ਬੈਠਾ ਜੇ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਆਨੰਦਪ੍ਰੀਤ ਸਿੰਘ। ਤਾਂ ਪਿਛਲੇ ਦਿਨੇ ਕੇਂਦਰ ਸਰਕਾਰ ਵੱਲੋਂ ਕੈਬਨਿਟ ਦੇ ਵਿੱਚ ਲਿਆਂਦਾ ਗਿਆ ਇੱਕ ਬਿੱਲ ਕਿ 18 ਸਾਲ ਤੋਂ ਬਜਾਏ ਹੁਣ 21 ਸਾਲ ਦੀ ਉਮਰ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਵਿਆਹ ਦੀ ਉਮਰ ਕਰ ਦਿੱਤੀ ਗਈ ਹੈ। ਉਸ ਦੇ ਬਾਰੇ ਡਾਕਟਰ ਹਰਸ਼ਿੰਦਰ ਕੌਰ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ। ਇਹ ਸਮਾਜ ਚਿੰਤਕ ਵੀ ਨੇ, ਬੜੇ ਮੁੱਦਿਆਂ ਦੇ ਉੱਤੇ ਜਿਹੜੇ ਸਮਾਜਿਕ ਕੁਰੀਤੀਆਂ ਨੇ ਉਹਨਾਂ ਦੇ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਦੇ ਨੇ। ਅੱਗੇ ਇਹਨਾਂ ਨੂੰ ਪ੍ਰਾਈਮ ਹੈਲਥ ਦੇ ਵਿੱਚ ਅਸੀਂ ਇੰਟਰੋਡਿਊਸ ਕਰਾਉਂਦੇ ਹੁੰਦੇ ਹਾਂ, ਪਰ ਅੱਜ ਅਸੀਂ ਇਸ ਪ੍ਰੋਗਰਾਮ ਦੇ ਬਾਰੇ ਇੱਕ ਖਾਸ ਪ੍ਰੋਗਰਾਮ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਡਮ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਮ, ਜਿਸ ਤਰੀਕੇ ਨਾਲ 18 ਤੋਂ 21 ਸਾਲ ਉਮਰ ਕਰ ਦਿੱਤੀ ਗਈ ਹੈ, ਇੱਕ ਡਾਕਟਰ ਦੇ ਤੌਰ ਤੇ ਤੁਸੀਂ ਕੀ ਸੋਚਦੇ ਹੋ ਕਿ ਇਹ ਸਮਾਜ ਨੂੰ ਕਿਸ ਵਾਧੇ ਵੱਲ ਲੈ ਕੇ ਜਾਏਗਾ? ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਂ ਪਹਿਲੀ ਗੱਲ ਤਾਂ ਸਵਾਗਤ ਕਰਦੀ ਹਾਂ ਇਸ ਫੈਸਲੇ ਦਾ। ਉਹਨੂੰ ਆਪਣੀ ਸਮਝ ਹੋਣੀ ਚਾਹੀਦੀ ਹੈ ਜੋ ਕਿ ਉਹਦੇ ਹੱਕ ਨੇ ਕਿ ਮੈਂ ਕਦੋਂ ਪਹਿਲੀ ਪ੍ਰੈਗਨੈਂਸੀ ਕਰਨਾ ਚਾਹੁੰਦੀ ਹਾਂ, ਕਦੋਂ ਮੈਂ ਦੂਸਰੀ ਪ੍ਰੈਗਨੈਂਸੀ ਚਾਹੁੰਦੀ ਹਾਂ, ਕਿੰਨਾ ਗੈਪ ਚਾਹੀਦਾ, ਮੇਰੀ ਆਪਣੀ ਹੈਲਥ ਕੀ ਹੋਣੀ ਚਾਹੀਦੀ ਹੈ। ਯਾਨੀ ਮੇਰੇ 'ਚ ਲਹੂ ਦੀ ਕਮੀ ਹੈ ਤਾਂ ਮੇਰਾ ਉਹ ਠੀਕ ਹੋਏ, ਮੇਰੀ ਪਸੰਦ ਦਾ ਮੇਰਾ ਪਤੀ ਹੋਣਾ ਚਾਹੀਦਾ ਤਾਂ ਕਿ ਉਹ ਦੇਖ ਸਕੇ ਕਿ ਮੈਂ ਆਪਣੇ ਪੈਰਾਂ 'ਤੇ ਖੜੀ ਹਾਂ, ਕਿਸੇ 'ਤੇ ਨਿਰਭਰ ਨਹੀਂ ਹੋ ਰਹੀ। ਸੋ ਇਹ ਬਹੁਤ ਅਹਿਮ ਚੀਜ਼ਾਂ ਸੀ ਜੋ ਕਿ ਅਸੀਂ ਗਿਣਦੇ ਹਾਂ ਕਿ ਉਹ ਸਰੀਰਕ ਪੱਖੋਂ ਅਤੇ ਮਾਨਸਿਕ ਪੱਖੋਂ ਤਿਆਰ ਹੁੰਦੀ ਹੈ ਇੱਕ ਨਵਾਂ ਘਰ ਵਸਾਉਣ ਵਿੱਚ। ਅੱਗੋਂ ਇੱਕ ਰਿਸ਼ਤਾ ਗੰਢਣਾ ਮਿੱਠਾ, ਅਤੇ ਨਾਲੋਂ ਨਾਲ ਇਹੋ ਜਿਹਾ ਸਮਾਜ ਸਿਰਜਣਾ ਜਿਹਦੇ ਵਿੱਚ ਉਹਨੇ ਅੱਗੋਂ ਬੱਚਿਆਂ ਨੂੰ ਵੀ ਸਹੀ ਸੇਧ ਦੇ ਸਕਣੀ, ਕਿਉਂਕਿ ਉਹ ਆਪ ਬੱਚੀ ਹੁੰਦੀ ਹੈ ਅਤੇ ਜਿਵੇਂ ਜਿਵੇਂ ਉਹਦੀ ਉਮਰ ਵਧੇਗੀ ਉਹ ਕਾਫੀ ਕੁਛ ਨਵਾਂ ਦੱਸ ਸਕੇਗੀ। ਇਹਦੇ ਨਾਲ ਬਹੁਤ ਅਹਿਮ ਚੀਜ਼ਾਂ ਨੇ ਜੋ ਸ਼ਾਇਦ ਆਮ ਨਜ਼ਰੀ ਨਾ ਪੈਂਦੀਆਂ ਹੋਣ, ਮੈਂ ਉਹਨਾਂ ਬਾਰੇ ਅਨੰਦਪ੍ਰੀਤ ਜੀ ਜ਼ਰੂਰ ਦੱਸਣਾ ਚਾਹੁੰਦੀ ਹਾਂ। ਪਹਿਲੀ ਚੀਜ਼ ਸ਼ਾਇਦ ਕਿਸੇ ਦੇ ਨਜ਼ਰੀ ਨਾ ਆਈ ਹੋਵੇ, ਨਾ ਮੀਡੀਆ ਦੇ ਨਜ਼ਰੀ ਆਈ ਹੋਵੇ। ਬਹੁਤ ਸਾਰੇ ਡਾਕਟਰਾਂ ਕੋਲ, ਜਿਨ੍ਹਾਂ 'ਚ ਮੈਂ ਆਪ ਸ਼ਾਮਲ ਹਾਂ, ਸਾਡੇ ਕੋਲ ਲੋਕ ਆਉਂਦੇ ਨੇ ਕਿ ਤੁਸੀਂ ਸਾਡੀ ਡੇਟ ਜੋ ਕਿ ਆਧਾਰ ਕਾਰਡ ਦੇ ਉੱਤੇ ਤਬਦੀਲ ਕਰ ਦਿਓ। ਉਹਦੇ ਵਾਸਤੇ ਉਹ ਕਰਦੇ ਇੰਜ ਨੇ ਕਿ ਆਪਣਾ 5ਵੀਂ ਦਾ ਸਰਟੀਫਿਕੇਟ ਲੈ ਆਉਣਗੇ ਜਿਸ 'ਤੇ ਕਟਿੰਗ ਕੀਤੀ ਹੁੰਦੀ ਹੈ। ਉਹ ਪੈਸੇ ਵੀ ਆਫਰ ਕਰਨਗੇ ਕਿ ਸਾਡੀ ਬੱਚੀ ਜੋ ਕਿ 14 ਸਾਲ ਦੀ ਹੈ ਇਹਦੀ ਏਜ ਵਧਾ ਕੇ 18 ਲਿਖ ਦਿਓ ਤਾਂ ਕਿ ਅਸੀਂ ਛੇਤੀ ਵਿਆਹ ਕਰ ਸਕੀਏ। ਇਹ ਆਮ ਹੋ ਰਿਹਾ ਜੇ, ਸ਼ਾਇਦ ਤੁਹਾਡੇ ਨਜ਼ਰੀ ਜੇ ਨਹੀਂ ਆਇਆ ਤਾਂ ਬਹੁਤ ਡਾਕਟਰ ਨੇ ਜਿਹੜੇ ਨਾ ਕਰਦੇ ਨੇ ਤਾਂ ਫਿਰ ਉਹ ਇੱਧਰੋਂ ਉੱਧਰੋਂ ਕਿਸੇ ਨਾ ਕਿਸੇ ਢੰਗ ਤਰੀਕੇ ਇਹੋ ਜਿਹੀ ਚੀਜ਼ ਕਰ ਰਹੇ ਨੇ। ਆਧਾਰ ਕਾਰਡਾਂ 'ਤੇ ਆਪਣੀ ਉਮਰ ਬਦਲਵਾ ਰਹੇ ਨੇ ਬੱਚੀਆਂ ਦੀ ਛੇਤੀ ਵਿਆਹ ਕਰਨ ਲਈ। ਕਿਉਂ? ਇਹਦੇ ਅੰਦਰ ਕੀ ਕਾਰਨ ਹੈ? ਬਜਾਏ ਕਿ ਅਸੀਂ ਉੱਥੇ ਸਖਤੀ ਕਰੀਏ, ਜ਼ਰਾ ਧਿਆਨ ਕਰੀਏ। ਦੇਖੋ, ਜੋ ਅੰਕੜੇ ਸਾਨੂੰ ਦੱਸਦੇ ਨੇ ਕਿ ਜਿੰਨੇ ਵੀ ਨਾਬਾਲਗ ਬੇਟੀਆਂ ਦੇ ਰੇਪਸ ਹੋ ਰਹੇ ਨੇ ਉਹ ਗਿਣਤੀ
ਇੱਕ ਜਾਂ ਦੋ ਨਹੀਂ ਕਈ ਲੱਖਾਂ 'ਚ ਪਹੁੰਚ ਚੁੱਕੀ ਹੈ, ਜਿਸ 'ਚ ਫਿਗਰਸ ਇੰਟਰਨੈਸ਼ਨਲ ਕਹਿੰਦੇ ਨੇ ਕਿ ਟੋਟਲ ਨੰਬਰ ਆਫ ਰੇਪਸ ਜੋ ਹੋ ਰਹੇ ਨੇ ਦੁਨੀਆ ਭਰ 'ਚ, ਉਹਦੇ 'ਚੋਂ 30% 30% ਸਿਰਫ ਉਹ ਨੇ ਜਿਹੜੀਆਂ 16 ਸਾਲ ਤੋਂ ਛੋਟੀਆਂ ਨੇ। ਉਹਨਾਂ ਵਿੱਚੋਂ ਵੀ ਅੱਗੋਂ ਜੋ ਕਿ ਹੋਰ ਵੀ ਸਾਨੂੰ ਮਤਲਬ ਉਸ ਚੀਜ਼ ਤੇ ਖਿਆਲ ਕਰਨਾ ਪਏਗਾ ਕਿ 8 ਸਾਲ ਤੋਂ ਛੋਟੀਆਂ ਬੱਚੀਆਂ, ਉਹਦੇ ਵਿੱਚੋਂ ਅੱਗੋਂ ਫਿਰ ਘੱਟੋ ਘੱਟ 50% ਨੇ, ਜੋ ਕਿ ਬਹੁਤ ਅਲਾਰਮਿੰਗ ਹੈ। ਇਹਨਾਂ ਹੀ 30% ਦੇ ਅੱਗੋਂ ਜਦੋਂ ਅਸੀਂ ਕਰਦੇ ਹਾਂ, ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੀ ਤੇ ਯੂਨੀਸੈਫ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਕਿ 37 ਤੋਂ 41% ਜੋ ਕੁੜੀਆਂ ਨੇ ਉਸ ਇਸ ਵੇਲੇ ਆਪੋ ਆਪਣੇ ਘਰਾਂ ਵਿੱਚ ਸਰੀਰਕ ਸ਼ੋਸ਼ਣ ਸਹਿ ਰਹੀਆਂ ਨੇ। ਬਹੁਤ ਵੱਡੀ ਗਿਣਤੀ ਜੇ ਜਿਹਦੇ ਵਿੱਚ ਉਹਨਾਂ ਦੇ ਆਪਣੇ ਪਿਓ ਨਸ਼ੇ ਦੀ ਹਾਲਤ ਵਿੱਚ, ਜਾਂ ਭਰਾ, ਜਾਂ ਘਰ ਦੇ ਹੀ ਚਾਚੇ ਤਾਏ। ਤੁਹਾਡੇ ਕੋਲ ਵੀ ਇਹੋ ਜਿਹੇ ਕੇਸ ਕੁਝ ਆਉਂਦੇ ਨੇ ਜੀ? ਜੀ ਸਾਡੇ ਕੋਲ ਆਏ ਨੇ, ਜਿੱਥੇ ਮਾਵਾਂ ਆਂਦੀਆਂ ਨੇ, ਬੱਚੀਆਂ ਦਿਖਾਉਂਦੀਆਂ ਨੇ ਇਸ ਤਰ੍ਹਾਂ ਦੀਆਂ, ਜਿਨ੍ਹਾਂ ਦੇ ਕਈ ਵਾਰ ਅਸੀਂ ਐਗਜ਼ਾਮੀਨੇਸ਼ਨ ਕਰਦੇ ਹਾਂ ਤਾਂ ਇਸ ਹੱਦ ਤੱਕ ਕਈ ਵਾਰ ਹੁੰਦਾ ਹੈ ਕਿ ਉਹਨਾਂ ਦੇ ਪਿਓ ਨੇ ਟੁੱਥਬ੍ਰਸ਼ ਫਸਾਇਆ ਹੁੰਦਾ ਉਹਦੇ ਬੱਚੀਦਾਨੀ 'ਚ, ਉਹ ਕੱਢਣਾ ਪੈਂਦਾ। ਕਈ ਵਾਰ ਸੂਈਆਂ ਫਸੀਆਂ ਕੱਢਣੀਆਂ ਪੈਂਦੀਆਂ। ਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਇਹਦੀ ਕੰਪਲੇਂਟ ਕੀਤੀ ਜਾਵੇ ਤਾਂ ਉਦੋਂ ਉਹ ਚੁੱਕ ਕੇ ਦੌੜ ਹੀ ਜਾਂਦੀਆਂ ਨੇ, ਯਾਨੀ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ। ਮੇਰਾ ਇਸ ਕਰਕੇ ਮੈਂ ਇੱਕ ਤਾਂ ਵਧਾਈ ਦਿੰਦੀ ਹਾਂ ਪ੍ਰਾਈਮ ਏਸ਼ੀਆ ਪੂਰੀ ਟੀਮ ਨੂੰ, ਜਿਨ੍ਹਾਂ ਨੇ ਬੜਾ ਨਾਜ਼ੁਕ ਮੁੱਦਾ ਚੁੱਕਿਆ, ਕਿਉਂਕਿ ਇਸ ਬਾਰੇ ਕੋਈ ਗੱਲ ਕਰਨ ਤੋਂ ਵੀ ਤਰਹਿੰਦਾ ਹੈ। ਕਿਉਂਕਿ ਸਮਾਜ ਵਿੱਚ ਇਹ ਜਦੋਂ ਤੁਸੀਂ ਚਿਹਰਾ ਹੇਠਲਾ ਨਿਕਲਦਾ ਹੈ ਤੇ ਬੜਾ ਉਹ ਗੰਦਗੀ ਦੇ ਨਾਲ ਭਰਪੂਰ ਨਿਕਲਦਾ, ਜਿਹਦੇ ਵਿੱਚ ਲਿਪਤ ਨੇ, ਮੇਰਾ ਖਿਆਲ ਹੈ ਤੁਹਾਨੂੰ ਪਤਾ ਸਭ ਤੋਂ ਉੱਚੇ ਅਹੁਦੇ ਤੱਕ ਵੀ ਜਿਹੜੇ ਬੈਠੇ ਹੋਣ, ਉਹਨਾਂ ਦੀ ਸੋਚ ਕੀ ਹੈ ਔਰਤ ਪ੍ਰਤੀ ਸਾਡੇ ਸਾਹਮਣੇ ਹੈ। ਪਰ ਜਦੋਂ ਘਰਾਂ ਵਿੱਚ ਇਸ ਤਰੀਕੇ ਬੇਟੀਆਂ ਨੂੰ ਸਰੀਰਕ ਸ਼ੋਸ਼ਣ ਸਹਿਣਾ ਪਵੇ, ਉਹ ਵੀ ਇੰਨੀ ਭਾਰੀ ਗਿਣਤੀ, ਉਹ ਵੀ ਅੰਤਰਰਾਸ਼ਟਰੀ ਫਿਗਰ ਸਾਹਮਣੇ ਆਏ ਹੋਣ, ਤਾਂ ਮਤਲਬ ਹੈ ਕਿ ਲੋਕ ਬੇਟੀਆਂ ਕਿਉਂ ਛੇਤੀ ਤੋੜ ਰਹੇ ਨੇ। ਜੇ ਬਾਹਰ ਵੀ ਉਹਨਾਂ ਨੂੰ ਸੁਰੱਖਿਅਤ ਨਹੀਂ ਮਹਿਸੂਸ ਹੋ ਰਿਹਾ ਕਿ ਬੇਟੀਆਂ ਘਰੋਂ ਬਾਹਰ ਨਿਕਲਦੀਆਂ ਨੇ, ਪਤਾ ਨਹੀਂ ਠੀਕ ਵਾਪਸ ਆਉਣ ਜਾਂ ਨਹੀਂ। ਦੂਸਰੀ ਗੱਲ ਕਿ ਇਸ ਮਾਹੌਲ ਵਿੱਚ ਜਿੱਥੇ ਸਕੂਲਾਂ ਵਿੱਚ ਬੇਟੀਆਂ ਸੁਰੱਖਿਅਤ ਨਹੀਂ, ਜਿੱਥੇ ਕਾਲਜਸ ਵਿੱਚ ਜੋ ਹਾਲ ਹੈ ਸਾਡੇ ਸਾਹਮਣੇ ਹੈ, ਹਸਪੀਟਲਸ ਦੇ ਵਿੱਚ ਰੇਪਸ ਹੋ ਚੁੱਕੇ, ਜਿੱਥੇ ਨਾ ਪ੍ਰਿੰਸੀਪਲ ਨਾ ਕੋਈ, ਯਾਨੀ ਕੋਈ ਵੀ ਛੱਡਦਾ ਨਹੀਂ ਕਿਸੇ ਵੀ ਥਾਂ ਤੇ, ਜਿੱਥੇ ਬਾਹਰ ਕੰਮ ਕਾਜ ਦੀ ਥਾਂ ਤੇ ਨਿਕਲਣ ਉੱਥੇ ਦਿੱਕਤ। ਜੇ ਇਸ ਮਾਹੌਲ ਵਿੱਚ ਜੇ ਕੋਈ ਮਾਂ ਜਾਂ ਪਿਓ ਸਮਝਦਾ ਹੈ ਕਿ ਭਾਈ ਮੇਰੇ ਘਰੋਂ ਸੁਰੱਖਿਅਤ ਸਿਰਫ ਤੁਰ ਜਾਏ ਮੇਰੀ ਧੀ, ਤਾਂ ਉਹ ਮਜਬੂਰ ਹੋਏ ਪਏ ਨੇ ਕਿ ਤੁਸੀਂ 21 ਕਰਕੇ ਭਾਵੇਂ 22 ਕਰ ਲਓ, ਭਾਵੇਂ 28 ਕਰ ਲਓ, ਉਹ ਆਪਣੀ ਉਮਰ ਤਬਦੀਲ ਕਰ ਕਰਕੇ ਉਹ ਚਾਹਣਗੇ ਕਿ ਬੇਟੀ ਛੇਤੀ ਦੂਸਰੇ ਘਰ ਚਲੇ। ਮੇਰਾ ਸਵਾਲ ਇਹੀ ਹੈ, ਜਿੱਦਾਂ ਤੁਸੀਂ ਮੈਮ ਹੁਣੇ ਪਹਿਲਾਂ ਗੱਲ ਕੀਤੀ ਸੀਗੀ ਕਿ ਤੁਹਾਡੇ ਕੋਲ ਸਰਟੀਫਿਕੇਟਾਂ ਦੇ ਵਿੱਚ ਵੀ ਕੱਟ ਕਰਕੇ ਉਮਰ ਵਧਾ ਲੈਂਦੇ ਨੇ, ਤੁਹਾਨੂੰ ਲੱਗਦਾ ਕਿ 18 ਤੋਂ ਬਾਅਦ 21 ਕਰਨ ਦੇ ਨਾਲ ਸਰਕਾਰ ਭਾਵੇਂ ਕਦਮ ਚੁੱਕ ਰਹੀ ਹੈ, ਉਹ ਉਸ ਚੀਜ਼ ਨੂੰ ਥੰਮ ਲੱਗੂਗੀ ਜਿਸ ਪਾਸੇ ਸਰਕਾਰ ਵਧਣਾ ਚਾਹੁੰਦੀ ਹੈ? ਦੇਖੋ, ਜਦੋਂ ਵੀ ਕੋਈ ਇੱਕ ਕਦਮ ਚੁੱਕਿਆ ਜਾਂਦਾ ਪੋਜ਼ਿਟਿਵਿਟੀ ਵੱਲ, ਉਹਦੇ 'ਚ ਇਹ ਨਹੀਂ ਅਸੀਂ ਕਹਿ ਸਕਦੇ ਕਦੇ ਵੀ ਚੰਗੀ ਚੀਜ਼ ਸਾਹਮਣੇ ਨਹੀਂ ਆਉਂਦੀ। ਜ਼ਰੂਰ ਲੌਂਗ ਟਰਮ ਦੇ ਵਿੱਚ ਅਸੀਂ ਸਮਝ ਸਕਦੇ ਇਹਦੇ ਵਿੱਚ ਤਬਦੀਲੀ ਵੀ ਹੋਏਗੀ, ਇਹਦੇ ਵਿੱਚ ਸ਼ਾਇਦ ਸੁਧਾਰ ਵੀ ਹੋਏਗਾ, ਕਿਉਂਕਿ ਅਸੀਂ ਦੇਖ ਰਹੇ ਹਾਂ ਸਮੇਂ ਨਾਲ ਤਬਦੀਲੀ ਆਉਂਦੀ ਹੈ। ਪਰ ਉਹ ਟਿਪ ਆਫ ਦੀ ਆਈਸਬਰਗ ਤੇ ਹੈ, ਜਿੱਥੇ ਹੇਠਾਂ ਜਿਸ ਪੱਧਰ ਤੇ ਕੰਮ ਦੀ ਲੋੜ ਹੈ। ਜਿਵੇਂ ਮੁੱਖ ਪੰਨੇ ਤੇ ਇੱਕ ਸਾਡੀ ਨੈਸ਼ਨਲ ਡੇਲੀ ਦੇ ਵਿੱਚ ਛਪਿਆ ਸੀ ਕਿ ਲੁਧਿਆਣੇ ਦੇ ਨੇੜੇ ਦਾ ਇੱਕ ਸਕੂਲ ਹੈ ਜਿੱਥੇ ਉਸ 5ਵੀਂ ਜਮਾਤ ਵਿੱਚ ਹੀ ਬੱਚੀ ਨੂੰ ਉਹਨਾਂ ਨੇ ਇੰਗੇਜਮੈਂਟ ਕਰ ਦਿੰਦੇ ਨੇ ਤਾਂ ਕਿ 6ਵੀਂ ਜਾਂ 7ਵੀਂ ਤੱਕ ਉਹ ਵਿਆਹ ਕਰਕੇ ਤੋਰ ਵੀ ਦੇਣ। ਤੇ ਇੱਕੋ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਗਏ ਮਾਪਿਆਂ ਤੋਂ, ਇੱਕੋ ਹੀ ਗੱਲ ਸੀ ਕਿ ਭਾਈ ਬੇਟੀਆਂ ਸੁਰੱਖਿਅਤ ਨਹੀਂ, ਕਿੱਥੇ ਕਰੀਏ, ਕਿਵੇਂ ਰੱਖੀਏ, ਸਾਡਾ ਸੋ ਇਸ ਕਰਕੇ ਚੰਗਾ ਕਿ ਵਿਆਹ ਕੇ ਤੋਰ ਦਿੱਤੀ ਜਾਏ। ਹੁਣ ਇਹਦੇ ਦੇ ਵਿੱਚ ਸਮਝੋ ਕਿ ਕੀ ਵਿਆਹ ਕੇ ਘਰ ਤੁਰ ਜਾਣ ਦੇ ਬਾਅਦ ਕੀ ਉਹ ਸੁਰੱਖਿਅਤ ਹੋ ਜਾਂਦੀ ਹੈ? ਯਾਨੀ ਸਾਡੀ ਸੋਚ ਇੰਨੀ ਮਾੜੀ ਹੈ ਕਿ ਅਸੀਂ ਪਹਿਲਾਂ ਤਾਂ ਬੇਟੀ ਨੂੰ ਭਾਰ ਸਮਝਦੇ ਹਾਂ, ਫਿਰ ਸਾਰੀਆਂ ਰਿਸਟ੍ਰਿਕਸ਼ਨਸ ਵੀ ਬੇਟੀ ਤੇ ਲਾਉਂਦੇ ਹਾਂ। ਇਹੀ ਕਾਰਨ ਹੈ ਕਿ ਸਾਡਾ ਸਮਾਜ ਤਬਦੀਲ ਨਹੀਂ ਹੋ ਰਿਹਾ। ਮੈਂ ਬੜੀ ਵਾਰ ਪਹਿਲਾਂ ਵੀ ਕਿਹਾ, ਆਪ ਜੀ ਦੇ ਇਸੇ ਸਟੇਜ ਤੋਂ ਵੀ ਕਈ ਵਾਰ ਕਿਹਾ ਕਿ ਜਦੋਂ ਅਸੀਂ ਆਪਣੀ ਸੋਚ ਬਦਲਾਂਗੇ ਤੇ ਪੁੱਤਰਾਂ ਤੇ ਰੋਕ ਲਾਵਾਂਗੇ, ਉਦੋਂ ਇਹ ਕ੍ਰਾਈਮ ਅਗੇਂਸਟ ਵੂਮਨ ਘਟੇਗਾ। ਤੁਹਾਨੂੰ ਲੱਗਦਾ ਕਿ 18 ਤੋਂ 21 ਦੀ ਬਜਾਏ ਸਮਾਜ ਦੇ ਵਿੱਚ ਇਹੋ ਜਿਹੇ ਕਾਰਜ ਕਰਨੇ ਚਾਹੀਦੇ ਨੇ, ਇਹੋ ਜਿਹੇ ਕੰਮ ਕਰਨੇ ਚਾਹੀਦੇ ਨੇ, ਸਮਾਜ ਨੂੰ ਥੋੜ੍ਹਾ ਜਿਹਾ ਐਜੂਕੇਟ ਕਰਨਾ ਚਾਹੀਦਾ, ਮੁੰਡਿਆਂ ਨੂੰ ਐਜੂਕੇਟ ਕਰਨ ਦੀ ਲੋੜ ਹੈ, ਤਾਂ ਕੁਝ ਸਮਾਜ ਦੇ ਵਿੱਚ ਤਬਦੀਲੀ ਆ ਸਕਦੀ ਹੈ? ਬਿਲਕੁਲ, 21 ਜ਼ਰੂਰ ਕਰੋ,
ਪਰ ਨਾਲੋਂ ਨਾਲ ਇੱਕ ਤਾਂ ਬੇਟੀਆਂ ਲਈ ਰੁਜ਼ਗਾਰ, ਸਵੈ ਰੁਜ਼ਗਾਰ, ਮੈਂ ਨਹੀਂ ਕਹਿੰਦੀ ਕਿ ਜ਼ਰੂਰ ਬਾਹਰ ਹੀ ਜਾਣ, ਉਹਨਾਂ ਕੋਲ ਬਹੁਤ ਕੁਛ ਹੈ ਜੋ ਆਪਣੇ ਘਰ ਵਿੱਚ ਬੈਠ ਕੇ ਉਹ ਕਰ ਸਕਦੀਆਂ ਨੇ, ਜਾਂ ਕੁਝ ਬੇਟੀਆਂ ਰਲ ਕੇ ਇੱਕ ਅਜਿਹੀ ਚੀਜ਼ ਸ਼ੁਰੂ ਕਰ ਸਕਦੀਆਂ ਨੇ ਕਿ ਅਸੀਂ ਸਿਲਾਈ ਸੈਂਟਰ ਸ਼ੁਰੂ ਕਰ ਲਿਆ, ਕੰਪਿਊਟਰ ਸੈਂਟਰ ਸ਼ੁਰੂ ਕਰ ਲਿਆ, ਜਾਂ ਕੁਝ ਵੀ ਅੱਜ ਕੱਲ੍ਹ ਤਾਂ ਅਨੇਕ ਚੀਜ਼ਾਂ ਨੇ ਜਿੱਥੋਂ ਸ਼ੁਰੂ ਹੋ ਸਕਦਾ। ਉਹਦੇ ਨਾਲੋਂ ਨਾਲ ਜੇ ਉਹ ਕਮਾਈ ਕਰਨ ਯੋਗ ਹੋਣ ਤੇ ਆਪਣਾ ਜਾ ਕੇ ਘਰੇਲੂ ਹਿੰਸਾ ਤੋਂ ਬਚਾਅ ਵੀ ਹੋਏਗਾ, ਯੋਗਦਾਨ ਵਧੀਆ ਪਾ ਸਕਣਗੀਆਂ। ਤੇ ਜਦੋਂ ਇੱਕ ਪੜ੍ਹੀ ਲਿਖੀ ਮਾਂ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੀ ਹੈ, ਉਹ ਬਾਕਮਾਲ ਸਮਾਜ ਸਿਰਜ ਸਕਦੀ ਹੈ। ਕਿਉਂਕਿ ਮੈਂ ਛੋਟਾ ਜਿਹਾ ਐਗਜ਼ਾਮਪਲ ਇਤਿਹਾਸ 'ਚੋਂ ਲੈ ਕੇ ਕਹਿਣਾ ਚਾਹਾਂਗੀ ਕਿ ਭਾਵੇਂ ਉਹ ਜੀਜਾ ਬਾਈ ਸਨ, ਉਹਨਾਂ ਨੇ ਆਪਣਾ ਪੁੱਤਰ ਪਾਲਿਆ, ਉਹ ਵੀ ਤੁਸੀਂ ਬਾਕਮਾਲ ਸੀ। ਤੇ ਭਾਵੇਂ ਮਾਂ ਗੁਜਰੀ ਸੀ ਜਿਨ੍ਹਾਂ ਕੋਲ 9 ਵਰਿਆਂ ਦਾ ਬਾਲ ਸੀ, ਸਿਰ ਦਾ ਸਾਈਂ ਨਹੀਂ ਸੀ, ਉਹਨਾਂ ਨੇ ਕੀ ਸਿਰਜ ਕੇ ਸਮਾਜ ਨੂੰ ਦਿੱਤਾ। ਸੋ ਇਹ ਹੱਥ ਮਾਂ ਦਾ ਬਹੁਤ ਤਗੜਾ ਰੋਲ ਹੁੰਦਾ ਜੇ। ਪੜ੍ਹੀ ਲਿਖੀ ਮਾਂ ਸਮਾਜ ਨੂੰ ਸੁਧਾਰਨ ਦੇ ਯੋਗ ਹੁੰਦੀ ਜੇ, ਕਿਉਂਕਿ ਉਹਨੂੰ ਪਤਾ ਹੈ ਕਿ ਕ੍ਰਾਈਮ ਕਰਨ ਵਾਲਾ ਕੌਣ ਹੈ। ਸੋ ਉਹ ਜੇ ਪਤੀ ਹੱਥ ਚੁੱਕੇਗੀ, ਉਹ ਚੁੱਕੇਗਾ, ਉਹਨੂੰ ਵੀ ਪਿਆਰ ਨਾਲ ਸਮਝਾ ਸਕਦੀ ਹੈ ਕਿ ਅਸੀਂ ਦੋਨੋਂ ਬਰਾਬਰ ਦੇ ਹਾਂ ਤੇ ਕੋਈ ਉਤਾਂਹ ਹੇਠਾਂ ਕਰਨ ਵਾਲਾ, ਇੱਕ ਦੂਜੇ ਨੂੰ ਢਾਉਣ ਦਾ ਕੰਮ ਨਹੀਂ ਚੱਲ ਰਿਹਾ। ਬਿਲਕੁਲ ਇਸੇ ਤਰ੍ਹਾਂ ਪੁੱਤਰ ਨੂੰ ਸੇਧ ਦੇ ਸਕੇਗੀ, ਕਾਕਾ ਬਾਹਰ ਨਿਕਲਣਾ ਹੈ ਤਾਂ ਇਸ ਟਾਈਮ ਤੇ ਵਾਪਸ ਆਉਣਾ। ਤੇ ਜਦੋਂ ਉਹ ਖਿਆਲ ਰੱਖ ਸਕਦੀ ਹੋਏਗੀ ਜਦੋਂ ਪਤੀ ਕੰਮ ਤੇ ਹੈ, ਤਾਂ ਉਹ ਇੱਕ ਵੱਖਰੀ ਮਿਸਾਲ ਕਾਇਮ ਕਰ ਸਕਦੀ ਹੈ। ਜੀ ਮੈਡਮ, ਕਿੰਨੇ ਕੁ ਕੇਸ ਤੁਹਾਡੇ ਸਾਹਮਣੇ ਆਉਂਦੇ ਨੇ ਡੇਲੀ ਰੂਟੀਨ ਦੇ ਵਿੱਚ ਜਿਹੜੇ ਤੁਸੀਂ ਮਤਲਬ ਨਾ ਤਾਂ ਕਿਤੇ ਬਾਹਰ ਜਾ ਕੇ ਡਿਸਕਲੋਜ਼ ਕਰ ਸਕਦੇ ਹੋ, ਜੇ ਅੱਜ ਪ੍ਰਾਈਮ ਏਸ਼ੀਆ ਟੀਵੀ ਦੇ ਜ਼ਰੀਏ ਕੁਝ ਅੰਕੜਾ ਤੁਸੀਂ ਦੱਸਣਾ ਚਾਹੋ ਕਿ ਇਸ ਤਰੀਕੇ ਨਾਲ ਤੁਹਾਡੇ ਤੱਕ ਵੀ ਅਪਰੋਚ ਹੁੰਦੀ ਹੈ, ਤੁਹਾਨੂੰ ਵੀ ਕਿਹਾ ਜਾਂਦਾ ਕਿ ਇਸ ਗੱਲ ਨੂੰ ਦਬਾਓ? ਮੈਂ ਇੰਨਾ ਮਾੜਾ ਸਮਾਜ ਦਾ ਚਿਹਰਾ ਹੈ ਕਿ ਮੇਰਾ ਖਿਆਲ ਹੈ ਜੇ ਐਕਸਪੋਜ਼ ਕਰਾਂਗੇ ਤਾਂ ਸ਼ਾਇਦ ਕਿਸੇ ਤੋਂ ਸੁਣਿਆ ਨਹੀਂ ਜਾਣਾ। ਪਰ ਜਦੋਂ ਅਸੀਂ ਰੂਟੀਨ ਵਿੱਚ ਪੁੱਛਦੇ ਹਾਂ, ਕਿਸੇ ਵੀ ਜਦੋਂ ਮਾਂ ਕੋਈ ਬੱਚੇ ਨੂੰ ਵੀ ਲੈ ਕੇ ਆਉਂਦੀ, ਉਹਨੂੰ ਪੁੱਛਦੇ ਹਾਂ, ਤਾਂ ਜਦੋਂ ਉਹ ਅੱਗੋਂ ਗੱਲ ਕਰਦੀ ਹੈ ਵੀ ਬਸ ਜੀ ਢਕਿਆ ਹੀ ਰਹਿਣ ਦਿਓ, ਸਹੁਰਾ ਵੀ ਕਿੱਥੇ ਛੱਡਦਾ ਤੇ ਦਿਓਰ ਵੀ ਕਿੱਥੇ ਛੱਡਦਾ। ਸੋ ਇਹ ਚੀਜ਼ਾਂ ਕਿਵੇਂ ਖੰਜਰ ਵਾਂਗ ਵੱਜਦੀਆਂ ਨੇ ਸੀਨੇ 'ਚ ਉਹ ਸੁਣ ਕੇ, ਜੋ ਕਿ ਲੋਕਾਂ ਵਿੱਚ ਜਦੋਂ ਗੱਲ ਕਰਦੇ ਆ ਉਹ ਸਿਰਫ ਨਕਾਰ ਦਿੰਦੇ ਨੇ, ਨਾ ਜੀ ਨਾ, ਇਹ ਤਾਂ ਐਵੇਂ ਹੀ ਗੱਲ ਹੈ। ਪਰ ਪੁੱਛੀਏ ਕਦੇ ਉਹਨਾਂ ਨੂੰ, ਤੁਹਾਡੇ ਕੋਲ ਕਿੰਨੇ ਕੁ ਮਰੀਜ਼ ਆ ਕੇ ਇਸ ਤਰ੍ਹਾਂ ਦਿਲ ਫਰੋਲਦੇ ਨੇ? ਤੇ ਜਦੋਂ ਤੁਸੀਂ ਉਹਦੇ ਵਿੱਚ ਹੋ ਹੀ ਨਹੀਂ ਤੇ ਸਿੱਧਾ ਨਕਾਰ ਦੇਣਾ ਤਾਂ ਉਹੀ ਕੰਮ ਹੈ ਵੀ ਕਬੂਤਰ ਅੱਖਾਂ ਮੀਟ ਲਏਗਾ, ਬਿੱਲੀ ਦਾ ਵਾਰ ਨਹੀਂ ਹੋਏਗਾ। ਕਿ ਨਹੀਂ ਹੋਏਗਾ? ਹੋਏਗਾ। ਸੋ ਅਸਲ ਸਮਾਜ ਵਿੱਚ ਝਾਤ ਮਾਰੀਏ। ਸਾਡਾ ਪਹਿਲਾਂ ਵੀ ਇਸ ਤਰ੍ਹਾਂ ਹੀ ਸਮਾਜ ਸੀ ਕਿ ਇੱਕੋ ਭਰਾ ਨਾਲ 2 ਵਿਆਹੀਆਂ ਜਾਂਦੀਆਂ ਸੀ, ਬਾਹਰ ਜੁੱਤੀਆਂ ਰੱਖ ਦਿੰਦੇ ਸਨ, ਜਿਹਦੀਆਂ ਦੇਖ ਲੈਂਦਾ ਸੀ ਭਰਾ ਕੇ ਦੂਜਾ ਵੜਿਆ ਹੋਇਆ ਤੇ ਮੇਰੀ ਵਾਰੀ ਬਾਅਦ 'ਚ ਆਏਗੀ। ਯਾਨੀ ਇਸ ਕਦਰ ਅਸੀਂ ਅੰਦਰ ਆਪਣੇ ਗੰਦਗੀ ਲੁਕਾਈ ਹੋਈ ਹੈ, ਪਰ ਅਸੀਂ ਉਹਦੇ ਵਿੱਚ ਤਬਦੀਲੀ ਕਰ ਨਹੀਂ ਸਕੇ। ਅੱਜ ਵੀ ਜੇ ਅਸੀਂ ਡਾਕਟਰ ਵਜੋਂ ਵੀ ਜਦੋਂ ਅਸੀਂ ਜਾਂਦੇ ਹਾਂ ਟੀਕਾਕਰਨ ਲਈ ਜਾਂ ਦਵਾਈਆਂ ਵੰਡਣ ਲਈ ਫ੍ਰੀ, ਕੁਛ ਉਹਨਾਂ ਕਲੋਨੀਆਂ ਦੇ ਵਿੱਚ ਜਿੱਥੇ ਗਰੀਬੀ ਜੇ, ਤਾਂ ਉਹ ਕੁਝ ਸੁਣਨ ਨੂੰ ਮਿਲਦਾ ਹੈ ਜਿਹੜਾ ਬਰਦਾਸ਼ਤ ਤੋਂ ਬਾਹਰ ਹੈ ਕਿ ਕਿਵੇਂ ਉੱਥੇ ਨਾ ਆਂਢੀ ਨਾ ਗੁਆਂਢੀ, ਯਾਨੀ ਕੋਈ ਹਿਸਾਬ ਕਿਤਾਬ ਹੀ ਨਹੀਂ ਛੱਡਿਆ ਹੋਇਆ। ਤੇ ਜਦੋਂ ਅਸੀਂ ਇੱਕ ਐਲੀਟ ਕਲਾਸ ਚਾਹੁੰਦੇ ਹਾਂ ਤਾਂ ਉੱਥੇ ਵੀ ਇਹੋ ਕੁਝ ਹੈ, ਜਿੱਥੇ ਵਾਈਫ ਸਵੈਪਿੰਗ ਤੋਂ ਲੈ ਕੇ ਤੁਸੀਂ ਵੇਖ ਰਹੇ ਹੋ ਕਿ ਪੋਜੀਸ਼ਨ ਹਾਸਲ ਕਰਨ ਲਈ ਵੀ ਆਫਰ ਕਰ ਦਿੱਤੀ ਜਾਂਦੀ ਹੈ ਆਪਣੀ ਪਤਨੀ। ਤੇ ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਗਵਰਨਮੈਂਟ ਅਫੀਸ਼ੀਅਲਸ ਹਾਈ ਲੈਵਲ ਤੇ ਬੈਠੇ ਆਪਣੇ ਹੇਠਾਂ ਕੰਮ ਕਰਦੀਆਂ ਤੋਂ ਕਿਸ ਤਰੀਕੇ ਗਲਤ ਢੰਗ ਨਾਲ ਜਾਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ, ਇਹਦੇ 'ਚ ਕੋਈ ਲੁਕਾ ਨਹੀਂ ਹੈ। ਤੇ ਫਿਰ ਹਾਲਾਤ ਇਹ ਨੇ ਕਿ ਸਾਡੇ ਡਾਕਟਰੀ ਪੇਸ਼ੇ ਵਿੱਚ ਵੀ ਜਦੋਂ ਬੇਟੀਆਂ ਸਾਡੇ ਕੋਲ ਆਉਂਦੀਆਂ ਨੇ, ਕੇਸਿਸ ਸਾਨੂੰ ਉਹ ਵੀ ਪਤਾ ਨੇ ਜਿਨ੍ਹਾਂ ਵਿੱਚ ਦੱਬ ਦਿੱਤੀ ਗਈ ਖਬਰਾਂ ਨਹੀਂ ਨਿਕਲਦੀਆਂ ਕਿ ਪ੍ਰੋਫੈਸਰ ਸਾਡੇ ਉਹਨਾਂ ਦੇ ਥੀਸਿਸ ਫਾਈਨਲ ਕਰਾਉਣ ਲਈ ਵੀ ਕਿਸ ਤਰੀਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ। ਇਹ ਹਰ ਕਿੱਤੇ ਵਿੱਚ ਇਹੋ ਕੁਝ ਤੁਰ ਰਿਹਾ ਹੈ, ਪਰ ਇਹਨੂੰ ਅਸੀਂ ਸਿਰਫ ਪਤਾ ਨਹੀਂ ਕਿਉਂ ਲੁਕਾਉਣ ਦੀ ਕੋਸ਼ਿਸ਼ ਹੀ ਸਿਰਫ ਕਰ ਰਹੇ ਹਾਂ, ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ। ਜਿਹੜਾ ਕਿ ਬਣਾ ਦਿੱਤੇ ਗਏ ਨੇ ਭਾਵੇਂ ਹਰ ਥਾਂ ਤੇ ਕਿ ਔਰਤ ਇਸ ਤਰ੍ਹਾਂ ਦੀ ਪੀੜਤ ਹੋਵੇ ਤਾਂ ਉਹ ਸ਼ਿਕਾਇਤ ਕਰ ਸਕਦੀ ਹੈ, ਪਰ ਅਫਸੋਸ ਕਿ ਉਹ ਇਹੋ ਜਿਹੀਆਂ ਜਿਹੜੀਆਂ ਵੀ ਕਮੇਟੀਆਂ ਬਣੀਆਂ ਨੇ ਕਿਸੇ ਕੰਮ ਦੀਆਂ ਨਹੀਂ, ਤੇ ਨਾ ਉਹਨਾਂ ਨੇ ਕਿਸੇ ਨੂੰ ਸਹੀ ਅੱਜ ਤੱਕ ਨਿਆਂ ਦਿਵਾਇਆ ਹੈ। ਸੋ ਔਰਤ ਅਜੇ ਵੀ ਉਸੇ ਤਰ੍ਹਾਂ ਹੀ ਪਿਸਦੀ ਆ ਰਹੀ ਹੈ। ਤੇ ਉਸ ਜਿਹੜੀ ਔਰਤ ਆਪ ਪਿਸਦੀ ਹੈ ਉਹ ਆਪਣੀ ਬੇਟੀ ਨੂੰ ਛੇਤੀ ਤੋਰਨ ਦੀ ਕਰਦੀ ਹੈ ਕਿ ਇਹਦੇ ਤੇ ਕੋਈ ਉਂਗਲ ਨਾ ਧਰ ਦੇਵੇ, ਮੈਂ ਛੇਤੀ ਕੱਢ ਦੇਵਾਂ। ਸੋ ਇਹ ਸਿਰਫ ਇੱਕ ਹੀ ਕਰਨ ਨਾਲ ਇਹ ਸਾਰਾ ਕੁਝ ਸੌਰਨਾ ਨਹੀਂ, ਸਾਨੂੰ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। ਜਦ ਤੱਕ ਅਸੀਂ ਬੇਟੀਆਂ ਨੂੰ ਖੁੱਲੀ ਉੱਚੀ ਉਡਾਨ ਭਰਨ ਦੀ ਨਹੀਂ ਦਿੰਦੇ ਇਜਾਜ਼ਤ,
ਤੇ ਨਾਲੇ ਉਹਨਾਂ ਨੂੰ ਪੈਰਾਂ ਤੇ ਖੜੀਆਂ ਹੋਣ ਦੇ ਨਾਲ ਸਰੀਰਕ ਤਾਕਤ ਵਜੋਂ ਨਹੀਂ ਉਹਨੂੰ ਖੜਾ ਕਰਦੇ, ਕਿਉਂਕਿ ਮਾਨਸਿਕ ਤੇ ਸਰੀਰਕ ਤਾਕਤ ਹੈ ਜਿਹੜੀ ਬੇਟੀ ਨੂੰ ਇਸ ਤਰ੍ਹਾਂ ਇਕੱਲੇ ਨੂੰ ਵੀ ਲੜਨ ਲਈ ਤਿਆਰ ਕਰ ਸਕਦੀ ਹੈ। ਸੋ ਹਰ ਸਕੂਲ ਵਿੱਚ ਇਸ ਵੇਲੇ ਜੋ ਲੋੜ ਹੈ ਕਿ ਬੇਟੀਆਂ ਦੇ ਸਕੂਲਾਂ ਦੇ ਵਿੱਚ ਤਾਂ ਜ਼ਰੂਰ ਹੀ ਖਾਸ ਤੌਰ ਤੇ ਜੂਡੋ, ਕਰਾਟੇ, ਯਾਨੀ ਉਹਨਾਂ ਨੂੰ ਸਰੀਰਕ ਪੱਖੋਂ ਤਗੜਾ ਕਰਨ ਦੀ ਲੋੜ ਹੈ, ਨਾ ਕਿ ਵਿਚਾਰੀ ਬਣ ਕੇ ਅਸੀਂ, ਕਿਉਂਕਿ ਭਾਵੇਂ ਕਵਿਤਾਵਾਂ ਦੇਖ ਲਓ, ਭਾਵੇਂ ਕਹਾਣੀਆਂ ਦੇਖ ਲਓ, ਅਸੀਂ ਬੇਟੀਆਂ ਨੂੰ ਅਜੇ ਵਿਚਾਰੀ ਹੋਈ ਰੱਖਿਆ ਹੈ, ਵਿਚਾਰੀ ਧੀ ਹੈ। ਵਿਚਾਰੀ ਕਿਉਂ ਅਸੀਂ ਉਹਨੂੰ ਇਹ ਕਹਿ ਨਹੀਂ ਸਕਦੇ ਕਿ ਇਹ ਤਗੜੀ ਜੇ, ਆਪਣੇ ਆਪ ਜੋਗੀ ਜੇ, ਸਭ ਸੰਭਾਲੇਗੀ, ਨਿਕਲ। ਇੰਨੇ ਕੁ ਥਾਪੜਾ ਦੇਣਾ ਮਾਂ ਵੱਲੋਂ ਬਹੁਤ ਵੱਡੀ ਗੱਲ ਹੋਏਗੀ, ਪਰ ਤਾਂ ਕਿਉਂਕਿ ਜੇ ਮਾਂ ਆਪ ਸਟਰੋਂਗ ਹੋਏਗੀ। ਸੋ ਪਹਿਲਾਂ ਸਾਡਾ ਕੰਮ ਹੈ ਇਹਨਾਂ ਬੇਟੀਆਂ ਨੂੰ ਕੰਮਕਾਰ ਤੇ ਵੀ ਭੇਜੀਏ, ਸਰੀਰਕ ਪੱਖੋਂ ਵੀ ਤਗੜੀਆਂ ਕਰੀਏ ਤੇ ਪੜ੍ਹਾਈਏ ਜ਼ਰੂਰ, ਕਿਉਂਕਿ ਅਸੀਂ ਤਾਂ ਪਹਿਲਾਂ ਇਹਨਾਂ ਨੂੰ ਮਾਰਨ ਵੱਲ ਜ਼ਿਆਦਾ ਜ਼ੋਰ ਦੇ ਰਹੇ ਹਾਂ, ਵੀ ਕੁੱਖ 'ਚ ਮਾਰਨ ਨੂੰ ਤੁਰੇ ਹੋਏ ਹਾਂ। ਸੋ ਉਹਨਾਂ ਨੂੰ ਪਹਿਲਾਂ ਤਾਂ ਜੰਮਣ ਦੇਣ ਦਾ ਹੱਕ ਦਈਏ, ਫਿਰ ਉਹ ਪੜ੍ਹਨਗੀਆਂ। ਟੀਕਾਕਰਨ ਉਹਨਾਂ ਨੂੰ ਕਰਾਓ, ਉਹਨਾਂ ਨੂੰ ਪੜ੍ਹਾਈ ਕਰਾਓ, ਵਿੱਦਿਆ ਦਾ ਦਾਨ ਦਿਓ ਜੇ ਕੁਛ ਦੇਣਾ, ਹੋਰ ਕਿਸੇ ਜੋਗਾ ਉਹਨਾਂ ਨੂੰ ਦਾਨ ਨਹੀਂ ਦੇਣਾ, ਉਹਨਾਂ ਨੂੰ ਕਹੋ ਆਪ ਕਮਾਉਣ ਜੋਗੇ ਬਣੋ। ਬਿਲਕੁਲ ਸਹੀ ਗੱਲ ਮੈਮ। ਜੇ ਇਹਦੇ ਹੱਲ ਵੱਲ ਜਾਣਾ ਚਾਹੀਏ, ਵੈਸੇ ਤਾਂ ਤੁਹਾਨੂੰ ਲੱਗਦਾ ਹੈ ਕਿ ਸੁਸਾਇਟੀ ਬੈਠੇ, ਬਹੁਤ ਸਾਰੇ ਲੋਕ, ਇੰਟੈਲੈਕਚੁਅਲ ਲੋਕ ਬੈਠਣ, ਕੋਈ ਹੱਲ ਕੱਢਣ, ਪਰ ਤੁਸੀਂ ਵੀ ਸੂਝਵਾਨ ਹੋ, ਲਗਾਤਾਰ ਇਹੋ ਜਿਹੇ ਕੰਮ ਕਰਦੇ ਰਹਿੰਦੇ ਹੋ, ਯਤਨ ਕਰਦੇ ਹੋ, ਪਿੰਡਾਂ 'ਚ ਜਾਂਦੇ ਹੋ, ਸ਼ਹਿਰਾਂ 'ਚ ਜਾਂਦੇ ਹੋ, ਲੋਕਾਂ ਨੂੰ ਅਵੇਅਰ ਕਰਦੇ ਰਹਿੰਦੇ ਹੋ। ਹੱਲ ਤੁਸੀਂ ਕੀ ਮੰਨਦੇ ਹੋ ਕਿ ਕਿਸ ਤਰੀਕੇ ਨਾਲ ਹੱਲ ਹੋ ਸਕਦਾ ਹੈ? ਦੇਖੋ, ਸਾਡੀ ਇੱਕ ਟਰਸਟ ਹੈ ਜਿਹਦੇ ਲਈ ਡਾਕਟਰ ਹਰਸ਼ ਚੈਰੀਟੇਬਲ ਟਰਸਟ, ਜਿਸ 'ਚ ਅਸੀਂ ਉਸੇ ਤਰ੍ਹਾਂ ਦੀਆਂ ਬੱਚੀਆਂ ਚੁੱਕੀਆਂ ਸੀ। ਮੈਂ ਪਰਸਨਲ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਵੇਂ ਮੈਨੂੰ ਤਬਦੀਲੀ ਦਿਸ ਰਹੀ ਹੈ। ਉਹਨਾਂ ਨੂੰ, ਬੇਟੀਆਂ ਨੂੰ ਇੱਕ ਤਰੀਕੇ ਨਕਾਰ ਦਿੱਤਾ ਗਿਆ ਸੀ ਕਿ ਉਹਨਾਂ ਦੇ ਖਿਮਾ ਕਰਿਓ, ਉਹਨਾਂ ਦੇ ਪਿਤਾ ਨਹੀਂ ਰਹੇ ਸੀ, ਸੋ ਕੱਲੀਆਂ ਮਾਵਾਂ ਸਨ, ਜਾਂ ਖੁਦਕੁਸ਼ੀ ਕਰ ਗਏ ਸਨ, ਜਾਂ ਉਹਨਾਂ ਕੋਲ ਕੋਈ ਹੋਰ ਕਮਾਈ ਦਾ ਸਾਧਨ ਨਹੀਂ। ਤਾਂ ਉਹਨਾਂ ਨੇ ਬੇਟੀਆਂ ਨੂੰ ਇਸੇ ਤਰ੍ਹਾਂ ਕੰਮ ਕਰ ਲਈ, ਜਾਂ ਘਰ ਵਿਹਲਾ ਅਵਾਰਾ ਹੀ ਛੱਡ ਦਿੱਤਾ ਸੀ ਵੀ ਕੁਝ ਵੀ ਨਹੀਂ। ਉਹਨਾਂ ਸਾਰੀਆਂ ਬੇਟੀਆਂ ਨੂੰ, ਜੋ ਕਿ 421 ਸਨ, ਹੁਣ 12 ਹੋਰ ਸਾਡੇ ਕੋਲ ਉਹਨਾਂ ਦੀਆਂ ਐਪਲੀਕੇਸ਼ਨਸ ਪਹੁੰਚੀਆਂ, ਜੋ ਮੈਂ ਤਬਦੀਲੀ ਦੇਖੀ ਕਿ ਪਹਿਲੇ ਦਿਨ ਜਦੋਂ ਇਹ ਆਉਂਦੀਆਂ ਬੇਟੀਆਂ ਡਰੀਆਂ, ਦੱਬੀਆਂ, ਕਮਜ਼ੋਰ, ਇੱਕਦਮ ਪਿਛਾਂਹ ਲੁਕਦੀਆਂ, ਇਸ ਹਾਲਤ ਤੇ ਜਦੋਂ ਹੁਣ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਚੰਗਾ ਪੜ੍ਹ ਵੀ ਰਹੀਆਂ ਨੇ, ਸਿੱਖ ਰਹੀਆਂ ਨੇ, ਤਾਂ ਉਹ ਮੈਨੂੰ ਦਿਖਦਾ ਹੈ ਕਿ ਹਰ ਵਾਰ ਜਿਵੇਂ ਪਹਿਲਾਂ ਨਾਲੋਂ ਸਟਰੋਂਗ ਹੋ ਕੇ ਨਿਕਲਦੀਆਂ ਨੇ, ਤੇ ਫਿਰ ਉਹ ਆਵਾਜ਼ ਦਮਖਮ ਰੱਖਦੀਆਂ ਨੇ, ਹਾਂ ਸਾਡੇ ਤੇ ਇੱਦਾਂ ਜ਼ੁਲਮ ਕੀਤਾ ਗਿਆ ਸੀ, ਮੇਰੀ ਮਾਂ ਤੇ ਕਿਸੇ ਨੇ ਕੈਰੀ ਅੱਖ ਰੱਖੀ ਸੀ, ਮੈਂ ਮਿਲਟਰੀ ਅਕੈਡਮੀ 'ਚ ਜਾਊਂਗੀ, ਮੈਂ ਦੱਸੂੰਗੀ ਕਿਵੇਂ ਕੁੜੀਆਂ ਸਟਰੋਂਗ ਹੁੰਦੀਆਂ। ਕੋਈ ਕਹਿੰਦੀ ਹੈ ਮੈਂ ਪੁਲਿਸ ਆਫਿਸਰ ਬਣਨਾ। ਯਾਨੀ ਇਹ ਬੱਚੀਆਂ 'ਚ ਜੋ ਕਿ ਡਰੀਆਂ ਪਈਆਂ ਸੀ, ਪਹਿਲਾਂ ਖਤਮ ਹੋਈਆਂ ਪਈਆਂ ਸੀ, ਅੱਜ ਵਿੱਦਿਆ ਦੇ ਨਾਲ ਜਿਵੇਂ ਉਹ ਖੜੀਆਂ ਹੋ ਰਹੀਆਂ ਨੇ, ਆਵਾਜ਼ ਚੁੱਕਣ ਜੋਗੀਆਂ ਬਣ ਰਹੀਆਂ ਨੇ। ਤਾਂ ਫਿਰ ਪਹਿਲੇ ਤਾਂ ਸਾਡਾ ਕੰਮ ਹੈ ਕਿ ਇਹਨਾਂ ਨੂੰ ਵਧੀਆ ਪੜ੍ਹਾਈ ਤੇ ਸਰੀਰਕ ਪੱਖੋਂ ਤਗੜਾ ਕਰੀਏ, ਫਿਰ ਹੀ ਤਬਦੀਲੀ ਵੱਲ ਅਸੀਂ ਸੋਚ ਸਕਦੇ ਹਾਂ। ਵਰਨਾ ਤਾਂ ਇਹ ਖਤਮ ਹੋ ਜਾਣਗੀਆਂ, ਪਰ ਜਦੋਂ ਨਿਕਲਣਗੀਆਂ ਅੱਗੋਂ ਤਾਂ ਕਮਾਈ ਯੋਗ ਫਿਰ ਉਸੇ ਹੀ ਸਮਾਜ ਵਿੱਚ ਜਾਣਾ। ਸੋ ਸਾਨੂੰ ਜ਼ਰੂਰ ਇਹੋ ਜਿਹੀਆਂ ਸੁਸਾਇਟੀਜ਼ ਚਾਹੀਦੀਆਂ ਨੇ ਜਿੱਥੇ ਇਹ ਸੁਰੱਖਿਅਤ, ਜਾਂ ਕੋਈ ਆਪਣੀ ਯਾਨੀ ਜੁੜ ਕੇ ਜੇ ਆਪਣੀ ਵੀ ਕੋਈ ਸੰਸਥਾ ਤਿਆਰ ਕਰਨੀਆਂ ਚਾਹਣ ਕਿ ਅਸੀਂ ਇਸ ਪਿੰਡ ਦੀਆਂ 20 ਕੁੜੀਆਂ ਰਲ ਕੇ ਅਸੀਂ ਕੁਛ ਬਣਾ ਕੇ ਜੋ ਦੇ ਸਕਦੀਆਂ ਨੇ, ਤਾਂ ਉਹ ਸਵੈ ਰੁਜ਼ਗਾਰ ਦੇ ਰਾਹੀਂ ਇਹ ਬੜੀਆਂ ਸਟਰੋਂਗ ਤੇ ਆਤਮ ਨਿਰਭਰ ਹੋ ਕੇ ਨਿਕਲਣਗੀਆਂ। ਉਦੋਂ ਇਹ ਯਕੀਨਨ ਇਸ ਤਰੀਕੇ ਦੀ ਕਿ ਕਿਉਂਕਿ ਕੋਈ ਵੀ ਬੇਟੀ ਆਪਣੇ ਆਪ ਨੂੰ ਇਸ ਤਰ੍ਹਾਂ ਸ਼ੈ ਬਣ ਕੇ ਨਹੀਂ ਸਾਹਮਣੇ ਆਏਗੀ ਸਮਾਜ ਵਿੱਚ। ਸੋ ਇਹ ਤਬਦੀਲੀ ਇਸ ਵੇਲੇ ਸਾਨੂੰ ਸਖਤ ਲੋੜ ਹੈ ਕਿ ਪਿੰਡਾਂ ਵਿੱਚ ਬੇਟੀਆਂ ਲਈ ਕੋਈ ਇਹੋ ਜਿਹੀ ਸੰਸਥਾ ਹਰ ਥਾਂ ਤਿਆਰ ਹੋਵੇ, ਭਾਵੇਂ ਉਹ 5 ਪਿੰਡ ਇਕੱਠੇ ਹੋ ਕੇ ਕਰਨ, ਤਾਂ ਕਿ ਇਹ ਬੇਟੀਆਂ ਨੂੰ ਅਸੀਂ ਆਪਣੇ ਪੈਰਾਂ ਤੇ ਆਪਣੀ ਕਮਾਈ ਕਰਨ ਯੋਗ ਬਣਾ ਕੇ ਫਿਰ ਉਹਨਾਂ ਨੂੰ ਆਪਣੀ ਅਣਖ ਨਾਲ ਤੋਰੀਏ। ਸ਼ਾਇਦ ਇਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਹੋਣਗੀਆਂ, ਔਰਤਾਂ ਹੋਣਗੀਆਂ, ਉਹਨਾਂ ਦਾ ਸਵਾਲ ਹੋਏਗਾ ਕਿ ਜਿਹੜਾ ਤੁਹਾਡਾ ਚੈਰੀਟੇਬਲ ਟਰਸਟ ਹੈ, ਹਰਸ਼ ਚੈਰੀਟੇਬਲ ਟਰਸਟ ਜਾਂ ਸੁਸਾਇਟੀ, ਉਹਦੇ ਨਾਲ ਕਿਸ ਤਰੀਕੇ ਨਾਲ ਜੁੜਿਆ ਜਾ ਸਕਦਾ, ਜਾਂ ਫਿਰ ਤੁਹਾਡੇ ਤੋਂ ਹੋਰ ਉਹਨਾਂ ਨੇ ਕੋਈ ਗੱਲਬਾਤ ਕਰਨੀ ਹੋਵੇ, ਸਮਝਣਾ ਹੋਵੇ, ਤਾਂ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਸੰਪਰਕ ਹੋ? ਜੀ ਬਿਲਕੁਲ, ਮੈਂ ਸਭ ਤੋਂ ਪਹਿਲਾਂ ਤਾਂ ਕਹੂੰਗੀ ਕਿ ਪ੍ਰਾਈਮ ਏਸ਼ੀਆ ਰਾਹੀਂ ਮੇਰੇ ਕੋਲ ਪਹੁੰਚ ਸਕਦੀਆਂ ਨੇ, ਤੁਹਾਡੇ ਤਾਈਂ ਪਹੁੰਚ ਕਰਨ ਤੇ ਸਿੱਧਾ ਮੇਰੇ ਕੋਲ ਆਉਣਗੀਆਂ, ਪਰ ਉਹ ਮੇਰੇ ਕੋਲ ਇੱਥੇ ਰਜਿੰਦਰਾ ਹਸਪੀਟਲ ਵੀ ਆ ਸਕਦੀਆਂ ਨੇ, ਮੇਰੇ ਘਰ ਵੀ ਪਹੁੰਚ ਕਰ ਸਕਦੀਆਂ ਨੇ। ਸੋ ਜਿਨ੍ਹਾਂ ਦੇ ਪਿਤਾ ਨਹੀਂ ਹਨ ਜਾਂ ਕੋਈ ਕਮਾਈ ਦਾ ਸਾਧਨ ਨਹੀਂ ਹੈ, ਮਾਵਾਂ ਵੀ ਨਹੀਂ, ਜੋਬਲੈਸ ਨੇ, ਨਹੀਂ ਕੋਈ ਕੰਮ ਕਰ ਸਕਦੀਆਂ, ਤਾਂ ਉਹਨਾਂ ਬੇਟੀਆਂ ਦੀ ਅਸੀਂ ਪੜ੍ਹਾਈ ਦਾ ਖਰਚਾ ਸਾਰਾ ਚੁੱਕਦੇ ਹਾਂ, ਜੋ ਕਿ ਪ੍ਰਾਈਵੇਟ ਸਕੂਲਸ ਵਿੱਚ ਨੇ, ਕੁਝ BA ਕਰ ਰਹੀਆਂ ਨੇ, ਕੁਝ ਯੂਨੀਵਰਸਿਟੀਜ਼ 'ਚ ਪੜ੍ਹ ਰਹੀਆਂ ਨੇ। ਸੋ ਉਹ ਖਰਚਾ ਅਸੀਂ ਉਹਨਾਂ ਦਾ ਜ਼ਰੂਰ ਚੁੱਕਾਂਗੇ। ਜੀ। ਸੋ ਮੈਮ, ਅਖੀਰ ਦੇ ਉੱਤੇ ਤੁਹਾਡਾ ਸੁਨੇਹਾ, ਕੋਈ ਮੈਸੇਜ, ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ
ਅਵੇਅਰ ਕਰਨਾ ਚਾਹੁੰਦੇ ਹੋ, ਉਹਨਾਂ ਕੁੜੀਆਂ ਨੂੰ ਇੱਕ ਦਲੇਰਾਨਾ ਤਰੀਕੇ ਦੇ ਨਾਲ ਇੱਕ ਮੈਸੇਜ ਸੁਨੇਹਾ ਦੇਣਾ ਚਾਹੋ? ਜੀ ਬਿਲਕੁਲ, ਮੇਰਾ ਸਿਰਫ ਇੱਕੋ ਹੀ ਸੁਨੇਹਾ ਹੈ ਕਿ ਪੈਰਾਂ ਦੀਆਂ ਜੋ ਝਾਂਜਰਾਂ ਸੀ ਜ਼ਰਾ ਕੁ ਤੋੜੋ ਤੇ ਨਿਕਲੋ। ਇਸ ਵਲਗਣਾ ਜੋ ਸਮਾਜ ਨੇ ਤੁਹਾਡੇ ਆਲੇ ਦੁਆਲੇ ਪਾਈਆਂ ਨੇ, ਇਹਨਾਂ ਨੂੰ ਤੋੜੋ, ਉੱਚੀ ਉਡਾਨ ਭਰੋ। ਇਹ ਅਸਮਾਨ ਤੁਹਾਨੂੰ ਬਾਹਾਂ ਵਿੱਚ ਲੈਣ ਲਈ ਤਿਆਰ ਬੈਠਾ ਜੇ। ਆਪਣੀ ਹੋਂਦ ਦਰਸਾਓ ਕਿ ਮੈਂ ਸਮਾਜ ਦੀ ਸਿਰਜਕ ਹਾਂ। ਤੇ ਨੁਮਾਇਸ਼ ਬਿਲਕੁਲ ਨਾ ਕਰੋ ਆਪਣੇ ਜਿਸਮ ਦੀ, ਬਲਕਿ ਅਜਿਹੀ ਆਪਣਾ ਕਿਰਦਾਰ ਇੰਨਾ ਉੱਚਾ ਲੈ ਜਾਓ ਕਿ ਹਰ ਜੋ ਮਰਦ ਆਲੇ ਦੁਆਲੇ ਵੀ ਤੁਹਾਨੂੰ ਦਿਸੇ, ਤੁਹਾਡੇ ਅੰਦਰੋਂ ਮਾਈ ਭਾਗੋ ਵੀ ਦੇਖੇ, ਮਾਂ ਚੰਡੀ ਵੀ ਵੇਖੇ। ਫਿਰ ਵੇਖਿਓ ਤਬਦੀਲੀ ਸਮਾਜ ਦੇ ਵਿੱਚ, ਕਿਉਂਕਿ ਤੁਸੀਂ ਹੋ ਜਿਹੜੀ ਸਮਾਜ ਨੂੰ ਸੇਧ ਦੇ ਸਕਦੀਆਂ ਹੋ। ਆਓ ਆਗੂ ਬਣੋ, ਨਿਕਲੋ, ਨਿੱਤਰੋ ਮੈਦਾਨ ਦੇ ਵਿੱਚ, ਇਹੋ ਸਮਾਂ ਹੈ। ਮੈਮ ਬਹੁਤ ਸ਼ੁਕਰੀਆ, ਬਹੁਤ ਸੋਹਣਾ ਕਾਰਜ ਕਰ ਰਹੇ ਹੋ ਤੁਸੀਂ, ਸਾਨੂੰ ਸਮਾਂ ਦਿੰਦੇ ਹੋ, ਸਾਡੇ ਲਈ ਸਮਾਂ ਕੱਢਦੇ ਹੋ। ਪ੍ਰਾਈਮ ਏਸ਼ੀਆ ਦਰਸ਼ਕਾਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤਾਂ ਡਾਕਟਰ ਹਰਛਿੰਦਰ ਕੌਰ ਜੀ ਹੋਰਾਂ ਕੋਲੇ ਪਹੁੰਚੇ ਸੀ ਤੇ ਅੱਜ ਦਾ ਮੁੱਦਾ ਬੇਹੱਦ ਸੰਵੇਦਨਸ਼ੀਲ ਸੀਗਾ। ਤਾਂ ਮੈਨੂੰ ਲੱਗਦਾ ਸੀ ਇਸ ਮੁੱਦੇ ਬਾਰੇ ਡਾਕਟਰ ਸਾਹਿਬ ਤੋਂ ਵਧੀਆ ਕੋਈ ਦੱਸ ਨਹੀਂ ਸਕਦਾ ਸੀ। ਬੜੇ ਜਾਣਕਾਰੀ ਇਹਨਾਂ ਨੇ ਦਿੱਤੀ, ਬੜੇ ਇਹੋ ਜਿਹੀਆਂ ਗੱਲਾਂ ਜਿਹੜੀ ਪਰਦੇ ਪਿੱਛੇ ਸਾਡੇ ਸਮਾਜ ਦੇ ਵਿੱਚ ਵਾਪਰ ਰਹੀਆਂ ਨੇ, ਜਿਹਦੇ ਬਾਰੇ ਸਮਾਜ ਨੂੰ ਸੋਚਣ ਦੀ ਲੋੜ ਹੈ, ਉਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ। ਤਾਂ ਉਸ ਬਾਰੇ ਗੱਲਾਂ ਕੀਤੀਆਂ ਤੇ ਉਹ ਗੱਲਾਂ ਤੁਹਾਨੂੰ ਕਿਹੋ ਜਿਹੀ ਲੱਗੀਆਂ, ਕੀ ਤੁਸੀਂ ਸੋਚਦੇ ਹੋ, ਤੁਹਾਡੀ ਨਿੱਜੀ ਪ੍ਰਤੀਕਿਰਿਆ ਕੀ ਹੈ, ਸਾਡੇ ਤੱਕ ਜ਼ਰੂਰ ਸਾਂਝੀ ਕਰਿਓ। ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।